हाँ जी स्टूडेंट्स, ਅੱਜ ਅਸੀਂ ਕਰਾਂਗੇ ਟੌਪਿਕ ਸਿੱਖਿਆ ਨੀਤੀ, ਇਸ ਦਾ ਅਰਥ ਅਤੇ ਨਿਰਧਾਰਕ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਸਿੱਖਿਆ ਨੀਤੀ ਜਾਂ ਨੀਤੀ ਹੁੰਦੀ ਕੀ ਹੈ। ਨੀਤੀ ਕਿਸੇ ਵੀ ਸਰਕਾਰ, ਰਾਜਨੀਤਿਕ ਪਾਰਟੀ ਜਾਂ ਵਪਾਰਕ ਅਦਾਰੇ ਵੱਲੋਂ ਫੈਸਲਿਆਂ, ਗਤੀਵਿਧੀਆਂ ਅਤੇ ਹੋਰ ਮਾਮਲਿਆਂ ਨੂੰ ਪ੍ਰਭਾਵਿਤ ਕਰਨ ਅਤੇ ਨਿਰਧਾਰਿਤ ਕਰਨ ਲਈ ਬਣਾਈ ਗਈ ਯੋਜਨਾ ਹੁੰਦੀ ਹੈ। ਇਹ ਵਿਸ਼ੇਸ਼ ਪੜਾਵਾਂ ਦਾ ਸਮੂਹ ਅਤੇ ਸੰਸਾਧਨਾਂ ਦਾ ਵਿਤਰਣ ਹੁੰਦਾ ਹੈ, ਜਿਸ ਦੀ ਇੱਕ ਨਿਸ਼ਚਿਤ ਸਮਾਂ ਸੀਮਾ ਹੁੰਦੀ ਹੈ। ਇਹ ਕਿਸੇ ਵਿਸ਼ੇਸ਼ ਜਨਤਕ ਉਦੇਸ਼ਾਂ ਦੀ ਪੂਰਤੀ ਲਈ ਬਣਾਈ ਜਾਂਦੀ ਹੈ। ਅਸਲ ਵਿੱਚ ਨੀਤੀ ਉਦੇਸ਼ਾਂ ਦੀ ਪ੍ਰਾਪਤੀ ਲਈ ਬਣਾਏ ਗਏ ਦਿਸ਼ਾ ਨਿਰਦੇਸ਼ ਹੀ ਹੁੰਦੇ ਹਨ। ਰਾਸ਼ਟਰੀ ਨੀਤੀ ਸਰਕਾਰ ਦੁਆਰਾ ਰਾਸ਼ਟਰੀ ਪੱਧਰ ਅਤੇ ਰਾਸ਼ਟਰੀ ਉਦੇਸ਼ਾਂ ਦੀ ਪ੍ਰਾਪਤੀ ਲਈ ਬਣਾਈਆਂ ਗਈਆਂ ਗਤੀਵਿਧੀਆਂ ਤੇ ਮਾਰਗਦਰਸ਼ਨ ਦੇ ਤੱਥਾਂ ਦਾ ਸਮੂਹ ਹੁੰਦਾ ਹੈ। ਨੀਤੀਆਂ ਆਪਣੇ ਕਾਰਜ ਖੇਤਰ, ਜਟਿਲਤਾ, ਫੈਸਲਾ ਮਾਹੌਲ, ਚੋਣਾਂ ਅਤੇ ਨਿਰਣਿਆਂ ਦੇ ਸਮੂਹ ਕਾਰਨ ਇੱਕ ਦੂਜੇ ਤੋਂ ਭਿੰਨ ਹੁੰਦੀਆਂ ਹਨ। ਇਹ ਗੱਲ ਤਾਂ ਸਪਸ਼ਟ ਹੈ ਕਿ ਜੇਕਰ ਕਿਸੇ ਨੀਤੀ ਦਾ ਕਾਰਜ ਖੇਤਰ ਜ਼ਿਆਦਾ ਹੋਵੇਗਾ ਤਾਂ ਨੀਤੀ ਉਨੀ ਹੀ ਸਮੱਸਿਆਪੂਰਨ ਹੋਵੇਗੀ। ਸਿੱਖਿਆ ਨੀਤੀ, ਇਸ ਦਾ ਅਰਥ ਹੁਣ ਪਹਿਲਾਂ ਇੰਟਰੋਡਕਸ਼ਨ ਕੀਤੀ ਅਸੀਂ। ਸਿੱਖਿਆ ਨੀਤੀ ਕੀ ਆ? ਸਿੱਖਿਆ ਨੀਤੀਆਂ ਸਾਰੇ ਸੰਸਾਰ ਦੀਆਂ ਸਰਕਾਰਾਂ ਦੇ ਏਜੰਡਿਆਂ ਵਿੱਚ ਸਭ ਤੋਂ ਉੱਪਰ ਹੁੰਦੀਆਂ ਹਨ। ਸੰਸਾਰਕ ਦਬਾਅ ਕਾਰਨ ਹੀ ਸਿੱਖਿਆ ਨੀਤੀ ਦੇ ਨਤੀਜਿਆਂ, ਆਰਥਿਕ ਖੁਸ਼ਹਾਲੀ, ਸਮਾਜਿਕ ਨਾਗਰਿਕਤਾ ਲਈ ਇਸ ਤੋਂ ਲਾਗੂ ਕਰਨ ਉੱਪਰ ਜ਼ੋਰ ਦਿੱਤਾ ਜਾਂਦਾ ਹੈ। ਨਾਗਰਿਕਤਾ ਲਈ ਨੀਤੀ ਦੁਆਰਾ ਸਿਰਜਿਆ ਗਿਆ ਮਾਹੌਲ ਹਰੇਕ ਸਿੱਖਿਆਰਥੀ ਦੇ ਵਿਅਕਤੀਗਤ ਅਨੁਭਵਾਂ ਨੂੰ ਪ੍ਰਭਾਵਿਤ ਕਰਦਾ ਹੈ ਤੇ ਉਸ ਦੀ ਸ਼ਖਸੀਅਤ ਦੇ ਕਾਰਨ ਉਸ ਨੂੰ ਇੱਕ ਨਿਸ਼ਚਿਤ ਰੂਪ ਪ੍ਰਦਾਨ ਕਰਦਾ ਹੈ। ਜਿਵੇਂ ਕਿ ਨਾਮ ਤੋਂ ਹੀ ਸਪਸ਼ਟ ਹੁੰਦਾ ਹੈ ਕਿ ਸਿੱਖਿਆ ਦੇ ਖੇਤਰ ਨਾਲ ਸੰਬੰਧਿਤ ਨੀਤੀ ਜਿਹੜੀ ਹੁੰਦੀ ਆ ਉਹਨੂੰ ਸਿੱਖਿਆ ਨੀਤੀ ਬੋਲਿਆ ਜਾਂਦਾ। ਇਸ ਲਈ ਸਿੱਖਿਆ ਨੀਤੀ ਸਿੱਖਿਆ ਦੇ ਖੇਤਰ ਦੇ ਨਿਯਮਾਂ ਅਨੁਸਾਰ ਬਣਾਈ ਜਾਂਦੀ ਨੀਤੀ ਹੈ। ਇਸ ਤੋਂ ਇਲਾਵਾ ਇਹ ਉਹਨਾਂ ਨਿਯਮਾਂ ਤੇ ਕਾਨੂੰਨਾਂ ਦਾ ਸੰਗ੍ਰਹਿ ਹੈ ਜਿਨ੍ਹਾਂ ਦੁਆਰਾ ਸਿੱਖਿਆ ਪ੍ਰਣਾਲੀ ਦੇ ਕਾਰਜਾਂ ਦਾ ਪ੍ਰਸ਼ਾਸਨ ਹੁੰਦਾ ਹੈ। ਇਸ ਦੀਆਂ ਡੈਫੀਨੇਸ਼ਨਸ ਦੇਖਾਂਗੇ ਅਸੀਂ ਤਾਂ ਜੀ ਹਰਮਨ ਦੀ ਡੈਫੀਨੇਸ਼ਨ ਆ। ਪਹਿਲਾਂ ਜੀ ਹਰਮਨ ਨੇ ਸਿੱਖਿਆ ਨੀਤੀ ਨੂੰ ਪਰਿਭਾਸ਼ਿਤ ਕਰਦਿਆਂ ਕਿਹਾ, ਇਹ ਪ੍ਰਤੱਖ ਅਤੇ ਅਪ੍ਰਤੱਖ ਉਦੇਸ਼ਪੂਰਨ ਗਤੀਵਿਧੀਆਂ ਜੋ ਕੀਤੀਆਂ ਜਾਂਦੀਆਂ ਹਨ ਦਾ ਸਮੂਹ ਹੈ, ਜਿਨ੍ਹਾਂ ਦਾ ਸੰਬੰਧ ਕਿਸੇ ਵਿਸ਼ੇਸ਼ ਵਿਦਿਅਕ ਸਮੱਸਿਆ ਜਾਂ ਮਾਮਲੇ ਨਾਲ ਹੁੰਦਾ ਹੈ। ਇਸ ਦਾ ਕੋਈ ਨਿਸ਼ਚਿਤ ਉਦੇਸ਼ ਹੁੰਦਾ ਹੈ। ਜੇਮਸ ਈ ਮੈਕਲੈਨਨ ਦੀ ਡੈਫੀਨੇਸ਼ਨ ਅੱਗੇ ਇਹ ਕੀ ਕਹਿੰਦੇ ਨੇ? ਨੀਤੀ ਨਿਰਮਾਣ ਆਪਣੇ ਆਪ ਵਿੱਚ ਇੱਕ ਨਿਯਮ ਆਧਾਰਿਤ ਗਤੀਵਿਧੀ ਹੈ ਜੋ ਅਜਿਹੇ ਨਿਯਮ ਬਣਾਉਂਦੀ ਹੈ ਜੋ ਵਿਦਿਅਕ ਸੰਸਥਾਵਾਂ ਦੇ ਅਧਿਕਾਰੀਆਂ ਦੀਆਂ ਗਤੀਵਿਧੀਆਂ ਨੂੰ ਨਿਰਧਾਰਿਤ ਕਰਦੀ ਹੈ। ਇਸੇ ਤਰ੍ਹਾਂ ਹੋਰ ਡੈਫੀਨੇਸ਼ਨ ਹੈ, ਨੋਟ ਕਰ ਸਕਦੇ ਹੋ ਤੁਸੀਂ ਕਾਪੀਆਂ ਤੇ। ਤਾਂ ਸਾਰੀਆਂ ਡੈਫੀਨੇਸ਼ਨਾਂ ਤੋਂ ਅਸੀਂ ਕੀ ਭਾਵ ਲੈਂਦੇ ਆ ਕਿ ਸਿੱਖਿਆ ਨੀਤੀ ਉਹ ਯੋਜਨਾ ਹੈ ਜਿਸ ਦੁਆਰਾ ਸਰਕਾਰਾਂ ਇਹ ਫੈਸਲੇ ਕਰਦੀਆਂ ਹਨ ਕਿ ਸਿੱਖਿਆ ਸੰਸਥਾਵਾਂ ਨਾਲ ਕੀ ਕੀਤਾ ਜਾਵੇ ਤੇ ਕੀ ਨਾ ਕੀਤਾ ਜਾਵੇ। ਮਤਲਬ ਸਿੱਖਿਆ ਸੰਸਥਾਵਾਂ ਦੇ ਵਿੱਚ ਕੀ ਸੁਧਾਰ ਲੈ ਕੇ ਆਉਂਦੇ ਜਾਣ ਤਾਂ ਜੋ ਸਿੱਖਿਆ ਪ੍ਰਣਾਲੀ ਹੈ ਜਿਹੜੀ ਉਹ ਵਧੀਆ ਹੋ ਸਕੇ। ਕਿਉਂਕਿ ਜਿਹੜੇ ਸਿੱਖਿਆ ਐਜੂਕੇਸ਼ਨ ਸਿਸਟਮ ਆ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦਾ ਤਾਂ ਉਸ ਦੇ ਸਿਰ ਤੇ ਹੀ ਸਾਰੇ ਦੇਸ਼ ਦਾ ਢਾਂਚਾ ਹੈ ਜਿਹੜਾ ਉਹ ਟਿਕਦਾ ਹੈ। ਤਾਂ ਇਸ ਲਈ ਜਿਹੜੀਆਂ ਸਿੱਖਿਆ ਨੀਤੀਆਂ ਨੇ ਉਹ ਬਹੁਤ ਹੀ ਇੰਪੋਰਟੈਂਟ ਨੇ ਤੇ ਸਰਕਾਰਾਂ ਨੂੰ ਇਹ ਨੀਤੀਆਂ ਨੇ ਜਿਹੜੀਆਂ ਬੜੇ ਸੋਚ ਸਮਝ ਕੇ ਬਣਾਉਣੀਆਂ ਪੈਂਦੀਆਂ ਨੇ। ਅੱਗੇ ਅਸੀਂ ਕਰਾਂਗੇ ਸਿੱਖਿਆ ਨੀਤੀ ਦੀਆਂ ਕੁਝ ਵਿਸ਼ੇਸ਼ਤਾਵਾਂ, ਵਿਸ਼ੇਸ਼ ਪਹਿਲੂ ਦੇਖਾਂਗੇ ਅਸੀਂ। ਪਹਿਲਾਂ ਇਸ ਦੇ ਨੰਬਰ 1 ਤੇ ਹੈਗਾ ਨਿਊ ਕਨਸੈਪਟ ਆਫ ਐਜੂਕੇਸ਼ਨਲ ਪਾਲਿਸੀਜ਼, ਸਿੱਖਿਆ ਨੀਤੀਆਂ ਦੀ ਨਵੀਂ ਧਾਰਨਾ। ਜਿਹੜੀ ਸਿੱਖਿਆ ਨੀਤੀਆਂ ਨੇ ਇਹ ਨਵੀਂ ਧਾਰਨਾ ਅਸੀਂ ਕਹਿ ਸਕਦੇ ਹਾਂ ਇਹਨਾਂ ਨੂੰ, ਕਿਉਂਕਿ 20ਵੀਂ ਸਦੀ ਦੇ ਅਖੀਰਲੇ 2 ਦਹਾਕਿਆਂ ਵਿੱਚ ਸੰਸਾਰ ਵਿੱਚ ਸਿੱਖਿਆ ਨੀਤੀਆਂ ਵਿੱਚ ਨਾਟਕੀ ਬਦਲਾਅ ਆਏ ਹਨ।
ਕੁਸ਼ਲਤਾ ਤੇ ਕਾਰਗੁਜ਼ਾਰੀ ਦੀ ਮੰਗ ਕਾਰਨ ਸਿੱਖਿਆ ਨੀਤੀਆਂ ਸਿੱਖਿਆ ਪ੍ਰਤੀ ਜਿਹੜਾ ਪੁਰਾਣਾ ਦ੍ਰਿਸ਼ਟੀਕੋਣ ਸੀਗਾ ਉਹਦੇ ਅਧੀਨ ਅਸੀਂ ਆਦਰਸ਼ ਜਿਹੜੇ ਨੇ ਸਿੱਖਿਆ ਦੇ ਉਹ ਪ੍ਰਾਪਤ ਨਹੀਂ ਕਰ ਸਕਦੇ ਤੇ ਗਤੀਵਿਧੀਆਂ ਨੇ ਜਿਹੜੀਆਂ ਆਦਰਸ਼ਕ ਉਹ ਨਹੀਂ ਪ੍ਰਾਪਤ ਕਰ ਸਕਦੇ ਕਿਉਂਕਿ ਯੁੱਗ ਬਦਲ ਗਿਆ। ਜਿਹੜਾ ਹੁਣ ਜਿਹੜੀਆਂ ਰਾਸ਼ਟਰੀ ਨੀਤੀਆਂ ਨੇ ਉਹ ਅੰਤਰਰਾਸ਼ਟਰੀ ਨੀਤੀਆਂ ਵੱਲ ਤੇ ਵਿਸ਼ਵ ਵਿੱਚ ਸਕੂਲਾਂ ਦੇ ਏਕੀਕਰਨ ਵੱਲ ਝੁਕਾਅ ਵਧਾ ਰਹੀਆਂ ਨੇ। ਤਾਂ ਸਿੱਖਿਆ ਨੀਤੀਆਂ ਇਸ ਢੰਗ ਨਾਲ ਹੀ ਬਣਾਈਆਂ ਜਾਂਦੀਆਂ ਨੇ ਕਿ ਵਿਸ਼ਵੀਕਰਨ ਹੋਇਆ ਐਜੂਕੇਸ਼ਨ ਦਾ, ਤਾਂ ਉਹਦੇ ਹਿਸਾਬ ਨਾਲ ਜਿਹੜਾ ਸਿੱਖਿਆ ਦੇ ਵਿੱਚ ਬਦਲਾਅ ਲਿਆਂਦੇ ਜਾਣ। ਸਿੱਖਿਆ ਨੀਤੀਆਂ ਤੇ ਇਸ ਨਾਲ ਸੰਬੰਧਿਤ ਪ੍ਰਬੰਧਕ ਸ਼ੈਲੀਆਂ ਨੇ ਵਰਤਮਾਨ ਮੰਡੀ ਆਧਾਰਿਤ ਆਰਥਿਕ ਸਿਧਾਂਤਾਂ ਨੂੰ ਅਪਣਾ ਲਿਆ ਹੈ। ਮੰਡੀ ਆਧਾਰਿਤ ਆਰਥਿਕ ਸਿਧਾਂਤਾਂ ਤੋਂ ਸਾਡਾ ਭਾਵ ਆ ਕਿਉਂਕਿ ਹਿਊਮਨਸ ਐਜ ਰਿਸੋਰਸ ਅਸੀਂ ਡਿਵੈਲਪ ਕਰਨੇ ਨੇ, ਤਾਂ ਇੱਕ ਕੰਮ ਕਰਨ ਵਾਲੇ ਪਰਸਨ ਨੇ ਜਿਹੜੇ ਉਹ ਪੈਦਾ ਕਰਨੇ ਨੇ, ਤਾਂ ਇਸ ਲਈ ਇਸ ਨੂੰ ਮੰਡੀ ਕਿਹਾ ਗਿਆ ਹੈ। ਅੱਗੇ ਨੈਕਸਟ ਪੁਆਇੰਟ ਹੈਗਾ ਕਾਰਜਸ਼ੈਲੀ ਉੱਪਰ ਪ੍ਰਭਾਵ, ਇੰਪੈਕਟ ਔਨ ਵਰਕਿੰਗ। ਸਰਕਾਰੀ ਨੀਤੀ ਭਾਵੇਂ ਰਾਸ਼ਟਰੀ ਹੋਵੇ ਜਾਂ ਸਥਾਨਕ ਦਾ ਸਕੂਲਾਂ ਅਤੇ ਕਾਲਜਾਂ ਦੀਆਂ ਰੋਜ਼ਾਨਾ ਗਤੀਵਿਧੀਆਂ ਉੱਪਰ ਜਿਹੜੇ ਇਹਦੇ ਵਿੱਚ ਪੜ੍ਹਦੇ ਹਨ ਜਾਂ ਸੰਸਥਾਵਾਂ ਵਿੱਚ ਕੰਮ ਕਰਦੇ ਹਨ ਉਹਨਾਂ ਦੇ ਅਨੁਭਵਾਂ 'ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਫਿਰ ਹੈਗਾ ਸਕੂਲਾਂ ਉੱਪਰ ਪ੍ਰਭਾਵ। ਸਕੂਲਾਂ ਵਿੱਚ ਕੰਮ ਕਰਨ ਵਾਲੇ ਦੂਰ ਕਿਤੇ ਬਣੀ ਨੀਤੀ ਦੇ ਫੈਸਲਿਆਂ ਨੂੰ ਲਾਗੂ ਕਰਨ ਵਾਲੇ ਕਿਰਿਆਹੀਣ ਪਾਤਰ ਹੀ ਨਹੀਂ ਹੁੰਦੇ, ਸਗੋਂ ਨੀਤੀ ਦੀ ਪ੍ਰਕਿਰਿਆ ਨੂੰ ਖਾਸ ਕਰਕੇ ਸੰਸਥਾ ਦੇ ਪੱਧਰ 'ਤੇ ਪ੍ਰਭਾਵਿਤ ਕਰਦੇ ਹਨ। ਤਾਂ ਇਹ ਵਿਸ਼ੇਸ਼ ਪਹਿਲੂ ਨੇ। ਫਿਰ ਹੈਗਾ ਸਿੱਖਿਆ ਦੇ ਰੂਪ, ਫਾਰਮਸ ਆਫ ਐਜੂਕੇਸ਼ਨ। ਸਿੱਖਿਆ ਦੇ ਰੂਪ, ਸਿੱਖਿਆ ਇੱਕ ਵਿਆਪਕ ਖੇਤਰ ਆ। ਸਾਰੇ ਹੀ ਜਾਣਦੇ ਆ ਕਿ ਸਿੱਖਿਆ ਲਾਈਫ ਲੌਂਗ ਜਿਹੜੀ ਪ੍ਰੋਸੈਸ ਆ, ਜ਼ਿੰਦਗੀ ਭਰ ਚੱਲਣ ਵਾਲੀ ਪ੍ਰਕਿਰਿਆ ਹੈ। ਸਿੱਖਿਆ ਕਈ ਸੰਸਥਾਵਾਂ ਵਿੱਚ ਕਈ ਉਦੇਸ਼ਾਂ ਲਈ ਕਈ ਰੂਪਾਂ ਵਿੱਚ ਦਿੱਤੀ ਜਾਂਦੀ ਹੈ। ਇਸ ਦੀਆਂ ਉਦਾਹਰਨਾਂ ਵਿੱਚ ਸ਼ਾਮਲ ਨੇ ਬਾਲ ਸਿੱਖਿਆ, ਜਿਵੇਂ ਕਿੰਡਰਗਾਰਟਨ ਤੋਂ 12ਵੀਂ ਤੱਕ ਦਿੱਤੀ ਜਾਂਦੀ ਹੈ, ਕਾਲਜ ਤੇ ਯੂਨੀਵਰਸਿਟੀ ਪੱਧਰ ਦੀਆਂ ਜਮਾਤਾਂ। ਫਿਰ ਹੈਗੀ ਪ੍ਰੋਫੈਸ਼ਨਲ ਐਜੂਕੇਸ਼ਨ, ਅਡਲਟ ਐਜੂਕੇਸ਼ਨ, ਵੋਕੇਸ਼ਨਲ ਐਜੂਕੇਸ਼ਨ। ਇਸ ਤਰ੍ਹਾਂ ਕਈ ਤਰੀਕਿਆਂ ਨਾਲ ਜਿਹੜੀ ਸਿੱਖਿਆ ਦਿੱਤੀ ਜਾਂਦੀ ਹੈ। ਤਾਂ ਸਿੱਖਿਆ ਨੀਤੀ ਉਹਨਾਂ ਲੋਕਾਂ ਨੂੰ ਪ੍ਰਤੱਖ ਤੌਰ 'ਤੇ ਪ੍ਰਭਾਵਿਤ ਕਰਦੀ ਹੈ ਜੋ ਇਹਨਾਂ ਸੰਸਥਾਵਾਂ ਨਾਲ ਜੁੜੇ ਹੋਏ ਹਨ। ਅੱਗੇ ਸਾਡੇ ਕੋਲ ਹੈਗਾ ਸਿੱਖਿਆ ਨੀਤੀ ਅਧੀਨ ਖੇਤਰ। ਤਾਂ ਸਿੱਖਿਆ ਨੀਤੀ ਅਧੀਨ ਉਹ ਸਾਰੇ ਖੇਤਰ ਆਉਂਦੇ ਨੇ ਜਿਹੜੇ ਸਿੱਖਿਆ ਦੇ ਖੇਤਰ ਨੇ। ਵਿਸ਼ੇਸ਼ ਤੌਰ 'ਤੇ ਸਕੂਲਾਂ ਨਾਲ ਜੁੜੇ ਹੋਏ ਖੇਤਰ ਇਹਦੇ 'ਚ ਸ਼ਾਮਿਲ ਨੇ, ਜਿਵੇਂ ਸਕੂਲਾਂ ਦਾ ਆਕਾਰ, ਜਮਾਤ ਦਾ ਆਕਾਰ, ਸਕੂਲ ਦੀ ਚੋਣ, ਸਕੂਲ ਦਾ ਨਿੱਜੀਕਰਨ, ਅਧਿਆਪਕ ਸਿੱਖਿਆ ਅਤੇ ਸਰਟੀਫਿਕੇਸ਼ਨ, ਅਧਿਆਪਕਾਂ ਦੀ ਤਨਖਾਹ, ਅਧਿਆਪਨ ਵਿਧੀਆਂ, ਪਾਠਕ੍ਰਮ ਦਾ ਵਿਸ਼ਾ, ਸਕੂਲ ਦਾ ਸੰਰਚਨਾਤਮਕ ਢਾਂਚਾ ਆਦਿ। ਇਹ ਸਾਰੇ ਜਿਹੜੇ ਨੇ ਸਿੱਖਿਆ ਨੀਤੀ ਦੇ ਅਧੀਨ ਆਉਣ ਵਾਲੇ ਖੇਤਰ ਨੇ। ਫਿਰ ਸਿੱਖਿਆ ਨੀਤੀ ਅਧੀਨ ਆਉਣ ਵਾਲੇ ਮਸਲੇ ਨੇ ਇਸ਼ੂਜ਼ ਅੰਡਰ ਐਜੂਕੇਸ਼ਨਲ ਪਾਲਿਸੀ। ਸਿੱਖਿਆ ਨੀਤੀ ਅਧੀਨ ਜਿਹੜੇ ਮਸਲੇ ਨੇ ਉਹ ਸਿੱਖਿਆ ਨਾਲ ਸੰਬੰਧਿਤ ਸਮੱਸਿਆਵਾਂ ਨੇ। ਇਹਦੇ ਵਿੱਚ ਸੰਸਥਾ ਵਿਸ਼ਲੇਸ਼ਣ ਦੇ ਮਾਮਲੇ, ਕਾਲਜਾਂ ਅਤੇ ਸਮੁਦਾਇ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ, ਲਿੰਗ ਸਿੱਖਿਆ, ਵਿੱਤੀ ਗ੍ਰਾਂਟਾਂ ਆਦਿ ਜਿਹੜੀਆਂ ਨੇ ਉਹ ਆਉਂਦੀਆਂ ਨੇ। ਫਿਰ ਅੱਗੇ ਹੈਗਾ ਸਮਰੂਪ ਤੇ ਤਰਕਸ਼ੀਲ। ਸਿੱਖਿਆ ਨੀਤੀ ਹੈ ਜਿਹੜੀ ਉਹ ਇਹ ਸਿੱਖਿਆ ਨੀਤੀ ਬਾਰੇ ਇਹ ਸਮਝਿਆ ਜਾਂਦਾ ਹੈ ਕਿ ਇਹ ਕਿਸੇ ਦੇਸ਼ ਜਾਂ ਸੰਸਥਾ ਦੇ ਸਭ ਤੋਂ ਉੱਪਰਲੇ ਪੱਧਰ 'ਤੇ ਬਣਾਈ ਜਾਂਦੀ ਹੈ ਅਤੇ ਇਸ ਵਿੱਚ ਜਿਹੜੀ ਸਮਰੂਪ ਤੇ ਤਰਕਸ਼ੀਲ ਸੋਚ ਆ ਜਿਹੜੀ ਉਹ ਅਪਣਾਈ ਜਾਂਦੀ ਹੈ। ਨੈਕਸਟ ਸਾਡੇ ਕੋਲ ਹੈਗਾ ਕੀਮਤਾਂ ਅਤੇ ਟੀਚੇ। ਕੀਮਤਾਂ ਅਤੇ ਟੀਚੇ ਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਨੀਤੀ ਹੈ ਜਿਹੜੀ ਉਹ ਟੀਚਿਆਂ ਨੂੰ ਪ੍ਰਾਪਤ ਕਰਨ ਵਾਲੀ ਹੋਣੀ ਚਾਹੀਦੀ ਹੈ। ਇਹ ਪ੍ਰੋਤਸਾਹਨ, ਇਨਾਮਾਂ ਆਦਿ ਰਾਹੀਂ ਪ੍ਰਾਪਤ ਕੀਤੇ ਜਾਣ ਵਾਲੇ ਟੀਚੇ ਨੇ ਜਿਹੜੇ ਉਹ ਉਹਨਾਂ ਨੂੰ ਮੰਨਣ ਵਾਲੀ ਹੋਣੀ ਚਾਹੀਦੀ ਹੈ। ਇਹ ਇਸ ਲਈ ਜਿਹੜੇ ਨੀਤੀ ਨਿਰਮਾਤਾ ਨੇ ਉਹਨਾਂ ਨੂੰ ਕੀਮਤਾਂ ਅਤੇ ਟੀਚਿਆਂ ਨੂੰ ਸਾਹਮਣੇ ਰੱਖ ਕੇ ਹੀ ਨੀਤੀਆਂ ਨੇ ਜਿਹੜੀਆਂ ਉਹ ਘੜਨੀਆਂ ਚਾਹੀਦੀਆਂ ਨੇ। ਅੱਗੇ ਨੀਤੀ ਵਿਸ਼ਲੇਸ਼ਣ, ਇਹ ਵੀ ਇੱਕ ਆਸਪੈਕਟ ਆ ਨੀਤੀ ਨਿਰਧਾਰਨ ਦਾ। ਅੱਗੇ ਨੀਤੀ ਵਿਸ਼ਲੇਸ਼ਣ ਦੇ ਵਿੱਚ ਅਸੀਂ ਕਹਾਂਗੇ
ਕਿ ਵਿਦਿਅਕ ਨੀਤੀ ਵਿਸ਼ਲੇਸ਼ਣ ਸਿੱਖਿਆ ਨੀਤੀ ਦਾ ਵਿਦਿਅਕ ਅਧਿਐਨ ਹੈ। ਇਸ ਰਾਹੀਂ ਕਈ ਪ੍ਰਸ਼ਨਾਂ ਦੇ ਉੱਤਰ ਮਿਲਦੇ ਹਨ। ਕਿਹੜੇ ਪ੍ਰਸ਼ਨ? ਸਿੱਖਿਆ ਦੀ ਕੀ ਲੋੜ ਹੈ, ਇਸ ਦੇ ਉਦੇਸ਼ ਕੀ ਹਨ, ਚਾਹੇ ਉਹ ਨਿੱਜੀ ਹੋਣ ਚਾਹੇ ਉਹ ਸਮਾਜਿਕ ਹੋਣ। ਉਦੇਸ਼ਾਂ ਨੂੰ ਪ੍ਰਾਪਤ ਕਰਨ ਦੀਆਂ ਵਿਧੀਆਂ ਕਿਹੜੀਆਂ ਨੇ, ਸਫਲਤਾ ਤੇ ਅਸਫਲਤਾ ਨੂੰ ਮਾਪਣ ਦੇ ਉਪਕਰਨ ਕਿਹੜੇ ਨੇ। ਇਸ ਤਰ੍ਹਾਂ ਦੇ ਕੁਐਸਚਨ ਨੇ ਜਿਹੜੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਐਨਾਲਾਈਜ਼ ਕੀਤਾ ਜਾਂਦਾ ਹੈ ਨੀਤੀ ਦੇ ਵਿੱਚ। ਫਿਰ ਅੱਗੇ ਪੁਆਇੰਟ ਹੈਗਾ ਸਾਡੇ ਕੋਲ ਕਿ ਆਰਥਿਕ ਆਦਰਸ਼ਵਾਦੀ ਤੇ ਸੱਭਿਆਚਾਰਕ ਸੁਭਾਅ ਦੀਆਂ ਸ਼ਕਤੀਸ਼ਾਲੀ ਸੰਰਚਨਾਵਾਂ ਤਾਕਤਾਂ ਨੀਤੀ ਨੂੰ ਰੂਪ ਦੇਣ ਵਿੱਚ ਫੈਸਲਾਕੁੰਨ ਜਿਹੜੀ ਭੂਮਿਕਾ ਨਿਭਾਉਂਦੀਆਂ ਨੇ। ਤਾਂ ਇਹ ਸੀਗੇ ਤੁਹਾਡੇ ਆਸਪੈਕਟਸ ਨੀਤੀ ਨਿਰਮਾਣ ਵਾਲੇ। ਅੱਗੇ ਅਸੀਂ ਕਰਾਂਗੇ ਇਸ ਦੀਆਂ ਵਿਸ਼ੇਸ਼ਤਾਵਾਂ। ਨੀਤੀ ਦਾ ਅਰਥ ਹੁੰਦਾ ਪ੍ਰਸ਼ਾਸਨ ਵਿੱਚ ਸ਼ਾਮਲ ਰਸਮੀ ਰਣਨੀਤਿਕ ਫੈਸਲੇ ਲੈਣ ਦੀ ਪ੍ਰਕਿਰਿਆ। ਇਸ ਸਮੱਸਿਆ ਦੇ ਹੱਲ ਲਈ ਰਣਨੀਤੀ ਬਣਾਉਣਾ ਸ਼ਾਮਿਲ ਹੈ। ਇਸ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਹੋ ਸਕਦੀਆਂ ਨੇ। ਨੰਬਰ 1, ਲਚਕੀਲੀ ਨੀਤੀ ਆ ਜਿਹੜੀ ਲਚਕੀਲੀ ਹੋਣੀ ਚਾਹੀਦੀ ਹੈ, ਫਲੈਕਸੀਬਲ ਹੋਣੀ ਚਾਹੀਦੀ ਹੈ ਤਾਂ ਕਿ ਸਮੇਂ-ਸਮੇਂ 'ਤੇ ਇਸ ਦੇ ਵਿੱਚ ਬਦਲਾਅ ਲਿਆਂਦਾ ਜਾ ਸਕੇ। ਤੇ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੀ ਕਾਰਜਸ਼ੈਲੀ ਜਿਹੜੀ ਆ ਪ੍ਰਭਾਵਸ਼ੀਲ ਹੋਣੀ ਚਾਹੀਦੀ ਆ। ਅੱਗੇ ਹੈਗਾ ਤੁਹਾਡਾ ਜੀ ਕਾਰਜ ਕਰਨ ਲਈ ਇੱਕ ਪ੍ਰਭਾਵਸ਼ਾਲੀ ਉਪਕਰਨ, ਐਨ ਇਫੈਕਟਿਵ ਔਨ ਐਨ ਫਾਰ ਦਾ ਐਕਸੈਕਸ਼ਨ। ਤਾਂ ਕਾਰਜ ਪ੍ਰਣਾਲੀ ਹੈ ਜਿਹੜੀ ਉਸ ਨੂੰ ਪ੍ਰਭਾਵ ਕਰਨ ਲਈ ਇੱਕ ਸ਼ਕਤੀਸ਼ਾਲੀ ਸਾਧਨ ਦੇ ਤੌਰ 'ਤੇ ਅਸੀਂ ਨੀਤੀ ਨੂੰ ਲੈਂਦੇ ਹਾਂ। ਅੱਗੇ ਫਿਰ ਹੈਗਾ ਤੀਜਾ, ਸਪਸ਼ਟ ਰੂਪ ਵਿੱਚ ਪਰਿਭਾਸ਼ਿਤ, ਡਿਫਾਈਨਡ ਕਲੀਅਰਲੀ। ਆਮ ਕਿਰਿਆਵਾਂ ਸਪਸ਼ਟ ਰੂਪ ਵਿੱਚ ਪਰਿਭਾਸ਼ਿਤ ਹੋਣੀਆਂ ਚਾਹੀਦੀਆਂ ਨੇ। ਇਹਨਾਂ ਵਿੱਚ ਪਰੰਪਰਾਗਤ ਸਥਾਪਿਤ ਮਾਪਦੰਡਾਂ ਨੂੰ ਅਪਣਾਇਆ ਜਾਣਾ ਚਾਹੀਦਾ ਕਿਉਂਕਿ ਇਹ ਸਮੇਂ ਦੀ ਕਸੌਟੀ 'ਤੇ ਖਰੇ ਉਤਰਦੇ ਹਨ ਅਤੇ ਸੰਗਠਨਾਂ ਤੇ ਸੰਸਥਾਵਾਂ ਵਿੱਚ ਇਹਨਾਂ ਨੂੰ ਸਵੀਕਾਰ ਕੀਤਾ ਜਾਂਦਾ ਹੈ। ਤਾਂ ਜਿਹੜੀ ਨੀਤੀ ਆ ਉਸ ਦੀ ਵਿਸ਼ੇਸ਼ਤਾ ਕੀ ਆ? ਸਪਸ਼ਟ ਰੂਪ ਵਿੱਚ ਪਰਿਭਾਸ਼ਿਤ ਹੁੰਦੀ ਆ। ਟੈਸਟ ਕੀਤੇ ਗਏ ਬਦਲਾਅ। ਤਾਂ ਨੀਤੀ ਦੀ ਇੱਕ ਹੋਰ ਵਿਸ਼ੇਸ਼ਤਾ ਹੈ ਕਿ ਜੇ ਲੋੜ ਹੋਵੇ ਤਾਂ ਨੀਤੀ ਵਿੱਚ ਬਦਲਾਅ ਦਾ ਉਪਬੰਧ ਹੁੰਦਾ ਹੈ। ਫਿਰ ਹੈਗਾ ਗਤੀਵਿਧੀ ਦਾ ਪ੍ਰੋਗਰਾਮ ਆਫ ਐਕਸ਼ਨ। ਨੀਤੀ ਇੱਕ ਨੀਤੀ ਵਿੱਚ ਗਤੀਵਿਧੀ ਦਾ ਪ੍ਰੋਗਰਾਮ ਜ਼ਰੂਰ ਹੋਣਾ ਚਾਹੀਦਾ। ਇਸ ਦੀ ਵਿਸ਼ੇਸ਼ਤਾ ਹੈ। ਇਸ ਨੂੰ ਨੀਤੀ ਦਾ ਤੱਥ ਵੀ ਕਿਹਾ ਜਾ ਸਕਦਾ ਹੈ। ਤਾਂ ਇਸ ਪ੍ਰੋਗਰਾਮ ਆਫ ਐਕਸ਼ਨ ਆ ਜਿਹੜਾ ਉਹ ਵੀ ਇੱਕ ਵਿਸ਼ੇਸ਼ਤਾ ਹੈ ਨੀਤੀ ਦੀ। ਸਮੇਂ-ਸਮੇਂ 'ਤੇ ਪੁਨਰ ਨਿਰੀਖਣ, ਜਿਹੜੀਆਂ ਨੀਤੀਆਂ ਨੇ ਉਹਨਾਂ ਦਾ ਸਮੇਂ-ਸਮੇਂ 'ਤੇ ਪੁਨਰ ਨਿਰੀਖਣ ਹੋਣਾ ਚਾਹੀਦਾ ਹੈ, ਰਿਵਾਈਜ਼ਡ ਹੋਣੀਆਂ ਚਾਹੀਦੀਆਂ ਨੇ ਉਹ। ਤਾਂ ਇਸ ਤਰ੍ਹਾਂ ਨਾਲ ਜਿਹੜੀਆਂ ਐਜੂਕੇਸ਼ਨ ਪੋਲਿਸੀਜ਼ ਨੇ ਉਹ ਬਣਦੀਆਂ ਨੇ, ਜਾਂ ਇਹ ਕਹਿ ਲਓ ਕਿ ਇਹਦੇ ਆਸਪੈਕਟ ਅਤੇ ਇਹਦੀਆਂ ਵਿਸ਼ੇਸ਼ਤਾਵਾਂ ਦੇਖੀਆਂ ਨੇ। ਅਸੀਂ ਡਿਟਰਮੀਨੈਂਟਸ ਵਾਲੀ ਜਿਹੜਾ ਵੀਡੀਓ ਆ ਉਹ ਦੇਖਾਂਗੇ ਕਿ ਡਿਟਰਮੀਨੈਂਟਸ ਨੇ ਜਿਹੜੇ ਸਿੱਖਿਆ ਨੀਤੀਆਂ ਨੂੰ ਨਿਰਧਾਰਿਤ ਕਰਨ ਵਾਲੇ ਉਹ ਕੀ ਹੁੰਦੇ ਨੇ। ਤਾਂ ਅੱਜ ਦੀ ਵੀਡੀਓ 'ਚ ਇੰਨਾ ਹੀ ਕਾਫੀ। ਫਿਰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਓਕੇ, ਥੈਂਕਸ।